ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ ਚਾਰ ਮਤਾਬੇ ਬਹੁ ਜਰੇ ਸੰਗ ਮਸਾਲ ਅਨੇਕ
ਡੋਰੇ ਸਿਆੰਦਣ ਸੰਗ ਕੁਛ ਕੀਨਸ ਜਲਦ ਬਬੇਕ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚਾਰ ਬਤਾਬੇ ਬਹੁ ਜਰੇ ਸੰਗ ਮਸਾਲ ਅਨੇਕ। ਡੋਰੇ ਸਿਆੰਦਣ ਸੰਗ ਕੁਛ ਕੀਨਸ ਜਲਦ ਬਬੇਕ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 33ਵਾਂ ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਕਰਤਾਰਪੁਰ ਸਾਹਿਬ ਦੀ ਜੰਗ ਫਤਿਹ ਹੋਈ, 700 ਸਿੱਖ ਜਿਹੜੇ ਨੇ ਸ਼ਹੀਦ ਹੋ ਗਏ, ਉਹਨਾਂ ਦੇ ਸੰਸਕਾਰ ਕੀਤੇ ਗਏ। ਔਰ ਉਸੇ ਦਿਨ ਸ਼ਾਮ ਨੂੰ ਗੁਰੂ ਸਾਹਿਬ ਜੀ ਨੇ ਭਾਈ ਬਿਧੀ ਚੰਦ ਨੂੰ ਕਹਿ ਦਿੱਤਾ ਕਿ ਅੱਜ ਇੱਥੇ ਰੁਕਣਾ ਨਹੀਂ, ਭਾਵੇਂ 15-16 ਘੰਟੇ ਲਗਾਤਾਰ ਜੰਗ ਕਰਦਿਆਂ ਹੋ ਗਏ, ਪਰ ਹੁਣ ਵੀ ਘੰਟੇ ਤੋਂ ਸਮਾਂ ਘੰਟਾ ਡੇਢ ਲਾਓ। ਸਮਾਨ ਜਿਹੜਾ ਗੱਡਿਆ 'ਤੇ ਜਿੰਨਾ ਕੋ ਲੱਦਿਆ ਜਾਂਦਾ ਲੱਦ ਲਓ, ਲਾਲਚ ਨਾ ਕਰਿਓ। ਔਰ ਹੁਣੇ ਹੀ ਇੱਥੋਂ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਅਸੀਂ ਪਹੁੰਚਣਾ ਹੈ। ਸਾਰਾ ਪਰਿਵਾਰ ਤਿਆਰ ਹੋ ਕੇ ਆ ਗਿਆ। ਆਪ ਜੀ ਨੇ ਸਰਵਣ ਕੀਤਾ ਕਿ ਧੀਰਮਲ ਨਹੀਂ ਆਇਆ, ਆਪਣੀ ਮਾਤਾ ਨੂੰ ਵੀ ਕੋਲ ਰੱਖ ਲਿਆ ਔਰ ਕਈ ਤਰ੍ਹਾਂ ਦੀਆਂ ਗੱਲਾਂ ਬਣਾਈਆਂ। ਮੈਂ ਤਾਂ ਇੱਥੇ ਗੁਰੂ ਸਾਡੇ ਵੱਡਿਆਂ ਦਾ ਵਸਾਇਆ ਹੋਇਆ ਨਗਰ ਹੈ, ਮੈਂ ਤਾਂ ਇੱਥੇ ਰਾਖੀ ਕਰਾਂਗਾ, ਮੈਂ ਤਾਂ ਤੁਰਕਾਂ ਦੇ ਅਨੁਸਾਰ ਹੋ ਕੇ ਰਵਾਂਗਾ। ਗੁਰੂ ਸਾਹਿਬ ਤੋਂ ਆਕੀ ਹੋ ਗਿਆ। ਇਹਨੇ ਗ੍ਰੰਥ ਸਾਹਿਬ ਦੀ ਬੀੜ ਵੀ ਆਪਣੇ ਕੋਲ ਰੱਖ ਲਈ। ਔਰ ਜਦੋਂ ਭਾਈ ਬਿਧੀ ਚੰਦ ਕਹਿੰਦੇ ਸਤਿਗੁਰੂ ਜੀ ਤੁਸੀਂ ਹੁਕਮ ਕਰੋ ਤੇ 2 ਕੁ ਲਾ ਕੇ ਅਸੀਂ ਲਿਆ ਵੀ ਸਕਨੇ। ਆਪ ਜੀ ਦਾ ਕਿਉਂਕਿ ਪੁੱਤਰ ਹੈ ਇਸ ਕਰਕੇ ਅਸੀਂ ਕੁਝ ਕਿਹਾ ਨਹੀਂ, ਔਰ ਗੁਰੂ ਸਾਹਿਬ ਜੀ ਕਹਿੰਦੇ ਕੁਝ ਕਹਿਣਾ ਵੀ ਨਹੀਂ। ਇਹਨੇ ਪ੍ਰਿਸੀਏ ਤਰ੍ਹਾਂ ਬੜੇ ਅੱਗੇ ਜਾ ਕੇ ਹੋਰ ਵੀ ਅਪਰਾਧ ਕਰਨੇ ਨੇ। ਇਹਦੇ ਅਪਰਾਧਾਂ ਦੀ ਪਾਪਾਂ ਦੀ ਸਜ਼ਾ ਸਮੇਂ ਦੇ ਮੁਤਾਬਕ ਇਹਨੂੰ ਮਿਲੇਗੀ। ਹੁਣ ਸਾਰੇ ਪਹੁੰਚ ਗਏ ਨੇ। ਅਗਲੇ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝਾਰ ਜਿਹੜੇ ਨੇ ਉਹ ਚੱਲਦੇ ਨੇ, ਮਸਾਲਾ ਜਿਹੜੀਆਂ ਨੇ ਜਗ ਰਹੀਆਂ ਨੇ, ਬਹੁਤ ਸਾਰੇ ਡੋਲੇ, ਰੱਥ, ਗੱਡੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰੇ ਪਰਿਵਾਰ ਸਿੱਖਾਂ ਸੇਵਕਾਂ ਨੂੰ ਨਾਲ ਲਿਆ ਹੈ। ਕਰਤਾਰਪੁਰ ਤੋਂ ਚੱਲ ਪਏ। ਪਿਤਾ ਸਥਾਨ ਗੰਗ ਸਰਜਾਨ ਕਰ ਬੰਧਨ ਕੀਨਸ ਪ੍ਰਸਥਾਨ। ਕਿਉਂਕਿ ਸਤਿਗੁਰੂ 6ਵੇਂ ਸਤਿਗੁਰੂ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਥਾਨ ਹੈ ਗੰਗਸਰ। ਪਿਤਾ ਦਾ ਸਥਾਨ ਜਾਣ ਕੇ ਗੁਰੂ ਸਾਹਿਬ ਜੀ ਨੂੰ ਉੱਥੋਂ ਚੱਲਣ ਲੱਗਿਆ, ਨਮਸਕਾਰ ਵੀ ਕੀਤੀ। ਨਮਸਕਾਰ ਕਰਕੇ ਰਸਤੇ 'ਤੇ ਪੈ ਗਏ, ਉੱਥੋਂ ਚੱਲ ਪਏ। ਅੱਗੇ ਚਲੇ ਮਸਾਲਾ ਬਰਿੰਦ ਕਰਿਓ ਪਿਆਣ ਸ੍ਰੀ ਹਰਗੋਬਿੰਦ। ਅੱਗੇ ਅੱਗੇ ਚਾਨਣ ਵਾਸਤੇ ਮਸਾਲਾ ਜਗਦੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੋਂ ਪਿਆਨਾ ਕਰ ਦਿੱਤਾ ਕਰਤਾਰਪੁਰ ਸਾਹਿਬ ਤੋਂ। ਸਣੇ ਸਣੇ ਗਮਣੇ ਮਗ ਜਾਹੀ ਬਸੇ ਨਗਾਰੇ ਬੱਜੇ ਨਗਾਰੇ ਬਹੁਤ ਧੁਨ ਤਾਹੀ। ਰਾਤ ਦੇ ਸਮੇਂ ਨਿਕਲੇ ਤੇ ਇਹ ਨਹੀਂ ਕਿ ਚੁੱਪ ਕਰਕੇ ਨਗਾਰੇ ਵੱਜਦੇ ਜਾਂਦੇ ਨੇ। ਹੌਲੀ ਹੌਲੀ ਆਰਾਮ ਨਾਲ ਕੀਰਤਪੁਰ ਸਾਹਿਬ ਦੇ ਰਸਤੇ 'ਤੇ ਜਾ ਰਹੇ ਨੇ।
ਸੈਣ ਸਗਲ ਕੋ ਆਇਸ ਦੇਨ, ਸ੍ਰੀ ਗੁਰ ਦਿੱਤੇ ਕੇ ਸੰਗ ਕੀਨ। ਸਤਿਗੁਰੂ ਦੇ ਜਿੰਨੀ ਸੈਨਾ ਉਸ ਵੇਲੇ 11 ਕੁ ਸਿੱਖ ਬਚੇ ਸਨ, ਸਾਰਿਆਂ ਨੂੰ ਆਗਿਆ ਦਿੱਤੀ। ਬਾਬਾ ਗੁਰਦਿੱਤਾ ਜੀ ਨੂੰ ਕਹਿ ਦਿੱਤਾ ਤੁਸੀਂ ਸਾਰੇ ਇਕੱਠੇ ਬਾਬਾ ਗੁਰਦਿੱਤਾ ਜੀ ਦੇ ਨਾਲ ਰਹੋ। ਸਭ ਕੁਟੁੰਬ ਕੇ ਸੰਗ ਰਹੀ ਜੈ, ਸਾਵਧਾਨ ਹੈਵ ਕੈ ਗਮ ਨੀਜੈ। ਕਿਉਂਕਿ ਭਾਵੇਂ ਜੰਗ ਜਿੱਤ ਲਈ ਹੈ ਪਰ ਸਾਵਧਾਨੀ ਫਿਰ ਵੀ ਜ਼ਰੂਰੀ ਹੈ। ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਸਾਰੀ ਸੈਨਾ ਨਾਲ ਹੈ, ਪਰਿਵਾਰ ਦੇ ਨਾਲ ਰਹੋ ਤੇ ਚੌਕਸ ਹੋ ਕੇ ਰਹਿਣਾ, ਸਾਵਧਾਨੀ ਰੱਖਣੀ ਹੈ। ਸੈਣ ਸਗਲ ਕੋ ਆਇਸ ਦੇਨ, ਕਿਤਕ ਸੂਰ ਸੰਗ ਨਿਜ ਲੀਨੇ। ਤਜ ਬਗ ਬਾਮ ਪਿਆ ਨਾ ਕਿਨੇ। ਬਾਬਾ ਗੁਰਦਿੱਤਾ ਜੀ ਦੇ ਨਾਲ ਸਾਰੀ ਸੈਨਾ ਰੱਖੀ ਔਰ ਕੁਝ ਕੁ ਸੈਨਿਕ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਲਏ। ਸਤਿਗੁਰੂ ਜੀ ਪਰਿਵਾਰ ਤੋਂ ਵੱਖ ਹੋ ਕੇ ਕਹਿੰਦੇ ਨੇ ਉਦੋਂ ਇੱਕ ਪਾਸੇ ਖੱਬੇ ਪਾਸੇ ਨੂੰ ਹੋ ਗਏ, ਥੋੜ੍ਹੇ ਜਿਹੇ ਸੈਨਿਕ ਨਾਲ ਲਏ ਨੇ, ਦੂਸਰੇ ਰਸਤੇ ਨੂੰ ਤੁਰੇ ਨੇ। ਜਾਮ ਜਾਮਣੀ ਭਈ ਬਤੀਤ, ਪ੍ਰਭਾਤ ਪ੍ਰਾਤ ਹੇਰ ਸਭ ਕੇ ਮੁਦ ਚੇਤ। ਬਸ ਜਦੋਂ ਚਾਲੇ ਪਾਏ ਸਨ ਥੋੜ੍ਹੀ ਦੂਰ ਗਏ, ਰਾਤ ਜਿਹੜੀ ਸੀ ਉਹ ਬਤੀਤ ਹੋ ਗਈ, ਦਿਨ ਦਾ ਚਾਨਣ ਜੜ ਗਿਆ, ਮਸਾਲਾ ਬੰਦ ਹੋ ਗਿਆ। ਦਿਨ ਦਾ ਚੜਾਵ ਵੇਖ ਕੇ ਸਾਰਿਆਂ ਦੇ ਅੰਦਰ ਖੁਸ਼ੀ ਖੇੜਾ ਵੀ ਆਇਆ ਹੈ। ਅੰਤ ਹੈ ਪੁਰਸੋਂ ਚੰਮੂ ਵਡੇਰੇ, ਗਮਨ ਕਰਤ ਰੱਜ ਉਠਤ ਘਨੇਰੇ। ਕਿਉਂਕਿ 1100 ਸੂਰਮੇ ਵੀ ਸੈਨਾ ਜਿਹੜੀ ਘੱਟ ਨਹੀਂ, ਨਾਲ ਹੋਰ ਵੀ ਸਿੱਖ ਨੇ, ਪਰਿਵਾਰ ਵੀ ਹੈ, ਸੇਵਕ ਵੀ ਨੇ। ਘੋੜੇ ਗੱਡੇ ਬਹੁਤ ਹੋਣ ਕਰਕੇ ਜਿਹੜੀ ਧੂੜ ਹੈ ਮਿੱਟੀ ਬੜੀ ਉੱਡ ਰਹੀ ਹੈ। ਸੁਧੇ ਪੰਥ ਚਲੇ ਸਭ ਜਾਏ, ਗ੍ਰਾਮ ਨਗਰ ਉਲੰਘਤ ਸਮੁਦਾਇ। ਸਤਿਗੁਰੂ ਜੀ ਇੱਕ ਪਾਸੇ ਨੂੰ ਹੋਏ ਨੇ, ਬਾਕੀ ਸਾਰਾ ਪਰਿਵਾਰ ਤੇ ਸੈਨਾ ਸਿੱਧੇ ਰਸਤੇ ਜਾ ਰਹੇ ਨੇ। ਪਿੰਡਾਂ ਦੇ ਵਿੱਚੋਂ ਦੇ ਨਗਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੀ ਕਿਤੇ ਲੋੜ ਪੈਂਦੀ ਤੇ ਰੁਕਦੇ ਨੇ, ਪਰ ਸਿੱਧੇ ਰਸਤੇ ਜਾ ਰਹੇ ਨੇ। ਦਿਸਾ ਦਾਹਣੇ ਸਤਿਗੁਰ ਜਾਤੇ, ਕਰਤ ਜੋਧ ਕੇ ਬਹੁ ਬਿਦ ਬਾਤੇ। ਸਤਿਗੁਰੂ ਜੀ ਸਾਰੀ ਸੈਨਾ ਤੋਂ ਪਰਿਵਾਰ ਤੋਂ ਅੱਡ ਹੋ ਕੇ ਸੱਜੇ ਪਾਸੇ ਨੂੰ ਜਾ ਰਹੇ ਨੇ, ਨਾਲ ਨਾਲ ਹੀ ਜਾਂਦੇ ਨੇ ਪਰ ਦੂਰ ਹੋ ਕੇ। ਨਾਲ ਕੁਝ ਸੈਨਿਕ ਨੇ, ਕੁਝ ਸੂਰਬੀਰ ਯੋਧੇ ਨੇ, ਭਾਈ ਬਿਧੀ ਚੰਦ ਨਾਲ ਨੇ। ਸਤਿਗੁਰੂ ਜੀ ਰਸਤੇ ਦੇ ਵਿੱਚ ਜਾਂਦੇ ਹੋਏ ਜੰਗ ਦੀਆਂ ਗੱਲਾਂ ਬਾਤਾਂ ਕਰਦੇ ਜਾਂਦੇ ਨੇ। ਬਿਧੀ ਚੰਦ ਤੇ ਆਦ ਜੇ ਸੰਗ, ਕਹਿਤ ਭਇਓ ਪ੍ਰਭੂ ਦੀਰਘ ਜੰਗ। ਭਾਈ ਬਿਧੀ ਚੰਦ ਤੇ ਹੋਰ ਸਿੱਖ ਜਿਹੜੇ ਨਾਲ ਸਨ ਉਹ ਕਹਿੰਦੇ ਸਤਿਗੁਰੂ ਜੀ ਜੰਗ ਬਹੁਤ ਵੱਡੀ ਹੋਈ, ਕਿਉਂਕਿ ਵੱਡੀ ਤੋਂ ਵੱਡੀ ਸੀ ਜੰਗ। ਲੱਖ ਸੈਨਿਕ ਚੜ੍ਹ ਕੇ, ਲੱਖ ਬੰਦਾ ਚੜ੍ਹ ਕੇ ਆਇਆ, ਬੜੀ ਵੱਡੀ ਜੰਗ ਹੋਈ ਹੈ। ਜਾਮ ਦਿਵਸ ਜਬ ਹੀ ਚੜ੍ਹ ਆਇਓ, ਛਾਇਆ ਸਹਿਤ ਕੂਪ ਦਰਸਾਇਓ। ਚਲਦਿਆਂ ਚਲਦਿਆਂ ਦਿਨ ਦਾ ਇੱਕ ਪੈਰ ਹੋ ਗਿਆ, ਦੂਜਾ ਪੈਰ ਸ਼ੁਰੂ ਹੋਣ ਵਾਲਾ ਹੈ। ਕਿਉਂਕਿ ਗਰਮੀਆਂ ਦੇ ਦਿਨ ਸੂਰਜ ਜਿਹੜਾ ਸੀ ਉਹ ਚੰਗਾ ਚੜ੍ਹਿਆ ਹੈ। ਸਤਿਗੁਰੂ ਜੀ ਨੇ ਦੇਖਿਆ ਕਿ ਇੱਕ ਖੂਹ ਹੈ, ਉਹਦੇ 4 ਚੁਫੇਰੇ ਰੁੱਖ ਵੀ ਨੇ, ਠੰਡੀ ਥਾਂ ਹੈ। ਉਤਰੇ ਹੇਰਿਓ ਰਮ ਸਥਾਨ, ਸੀਤਨ ਨੀਰ ਕਰਤ ਪੇ ਪਾਨ। ਉੱਥੇ ਸਤਿਗੁਰੂ ਜੀ ਫਿਰ ਉੱਤੇ ਸੋਹਣੀ ਰਮਣੀਕ ਥਾਂ ਵੇਖ ਕੇ, ਸ਼ਾਮ ਵੇਖ ਕੇ ਉਤਰ ਗਏ। ਭਾਈ ਬਿਧੀ ਚੰਦ ਨੂੰ ਕਹਿੰਦੇ ਭਾਈ ਬਿਧੀ ਚੰਦ ਦੀ ਜਲ ਛਕਾਓ। ਗੁਰੂ ਸਾਹਿਬ ਜੀ ਨੇ ਆਪ ਛਕਿਆ, ਨਾਲ ਜਿਹੜੇ ਸੇਵਕ ਸਨ ਉਹਨਾਂ ਨੇ ਛਕਿਆ। ਕਿਤਕ ਸਮੇਂ ਬੈਠੇ ਸੁਖ ਪਾਇਓ, ਬਿਧੀ ਚੰਦ ਸੋ ਬਾਕ ਸੁਣਾਇਓ। ਜਲ ਛਕਿਆ, ਕੁਝ ਸਮਾਂ ਸਤਿਗੁਰੂ ਜੀ ਬੈਠੇ ਔਰ ਗੁਰੂ ਸਾਹਿਬ ਨੇ ਫਿਰ ਭਾਈ ਬਿਧੀ ਚੰਦ ਨੂੰ ਇਸ ਤਰ੍ਹਾਂ ਬਚਨ ਕਹੇ। ਸਾਹਿਬਜ਼ਾਦੇ ਚੰਮੂ ਅਸੇਖ, ਕਿਤਕ ਦੂਰ ਪਾਛੇ ਲਿਹੁ ਦੇਖ। ਸਤਿਗੁਰੂ ਕਹਿੰਦੇ ਨੇ ਬਿਧੀ ਚੰਦ ਸਾਡੇ ਸਾਹਿਬਜ਼ਾਦੇ ਤੇ ਜਿਹੜੀ ਸੈਨਾ ਹੈ, ਪਰਿਵਾਰ ਹੈ, ਉਹ ਕਿੰਨਾ ਕੁ ਪਿੱਛੇ ਦੂਰ ਰਹਿ ਗਏ, ਜਰਾ ਦੇਖੋ ਤੇ ਸਹੀ। ਹੁਣ ਸਤਿਗੁਰੂ ਸਾਹਿਬਜ਼ਾਦੇ, ਕਿਉਂਕਿ ਸ਼ਬਦ ਜਿਹੜਾ ਸਾਹਿਬਜ਼ਾਦੇ ਗੁਰੂ ਦੇ ਸਾਹਿਬਜ਼ਾਦਿਆਂ ਵਾਸਤੇ ਹੀ ਵਰਤਿਆ ਜਾ ਸਕਦਾ। ਕਈ ਵਾਰੀ ਆਮ ਹੀ ਕਹਿ ਦਿੱਤਾ ਜਾਂਦਾ ਹਾਸੇ ਮਜ਼ਾਕ 'ਚ ਕਿ ਸਾਹਿਬਜ਼ਾਦੇ ਕਿੰਨੇ, ਨਾ ਭਾਈ, ਸਾਹਿਬ ਦਾ ਜਿਹੜਾ ਪੁੱਤਰ ਹੋਏ ਉਹ ਸਾਹਿਬਜ਼ਾਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਹਿਬਜ਼ਾਦੇ ਸਾਡੇ, ਪਰਿਵਾਰ ਸਿੱਖ ਸੈਨਾ ਕਿੰਨੀ ਕੁ ਦੂਰ ਹੈ ਜਰਾ ਦੇਖ ਲਵੋ। ਹਮ ਤੇ ਜਬ ਆਗੇ ਹੋਏ ਜਾਏ, ਤਬ ਪ੍ਰਸਥਾਨ ਕਰੇ ਇਸ ਥਾਏ।
ਤੇ ਵੇਖੋ ਜਦੋਂ ਸਾਡੇ ਤੋਂ ਵਾਹਵਾ ਅੱਗੇ ਚਲੇ ਜਾਣਗੇ ਨਾ, ਆਪਾਂ ਉਦੋਂ ਉੱਥੇ ਚੱਲਾਂਗੇ, ਉਨੇ ਦੇਰ ਇੱਥੇ ਤੱਕ ਬੈਠਨੇ ਆ। ਸੈਨਾ ਅੱਗੇ ਲੰਘ ਜਾਏਗੀ ਫਿਰ ਚੱਲਾਂਗੇ। ਵਿਦਿਆ ਚੜ੍ਹ ਕਰ ਤੁੰਗ ਸਥਾਨ, ਦੇਖਣ ਲੱਗਿਓ ਸੁਣੇ ਧੁਨ ਕਾਨ। ਭਾਈ ਬੇਦੀ ਚੰਦ ਉੱਚੇ ਥਾਂ ਤੇ ਚੜ੍ਹ ਕੇ ਵੇਖ ਲੇਗਾ, ਰੁੱਖ ਤੇ ਚੜ੍ਹਿਆ ਹੈ ਤੇ ਕੰਨਾਂ ਦੇ ਨਾਲ ਧਿਆਨ ਦੇ ਕੇ ਆਵਾਜ਼ ਵੀ ਸੁਣਦਾ, ਨਗਾਰੇ ਵੱਜਦੇ ਹੁੰਦੇ ਨੇ। ਕਿਤਕ ਦੂਰ ਅੱਗੇ ਚੱਲ ਗਏ, ਬਜਤ ਇਨਸਾਨ ਤਬੇ ਸੁਣ ਲਏ। ਭਾਈ ਬਿਧੀ ਚੰਦ ਨੇ ਦੇਖਿਆ ਕਿ ਸੈਨਾ ਜਿਹੜੀ ਵਾਹਵਾ ਅੱਗੇ ਨਿਕਲ ਗਈ ਹੈ, ਕਿਉਂਕਿ ਨਗਾਰੇ ਵੱਜਦੇ ਜਾਂਦੇ ਨੇ, ਆਵਾਜ਼ ਆਉਂਦੀ ਹੈ। ਭਾਈ ਬਿਧੀ ਚੰਦ ਨੇ ਵੇਖਿਆ ਸਤਿਗੁਰੂ ਜੀ ਸੈਨਾ ਅੱਗੇ ਨਿਕਲ ਗਈ ਹੈ। ਸਮਾ ਜਾ ਸਵਾ ਜਾਮ ਦਿਨ ਚੜਿਓ ਨਿਹਾਰਾ, ਉਤਰ ਪਰਿਓ ਸਭ ਗੁਰ ਪਰਿਵਾਰਾ। ਚੱਲਦਾ ਚੱਲਦਾ ਦਿਨ ਦਾ ਸਵਾ ਪੈਰ ਬਤੀਤ ਹੋ ਗਿਆ। ਇਹ ਕਹਿ ਲਈਏ ਕਿ 10-11 ਵੱਜ ਗਏ ਦਿਨ ਦੇ। ਗੁਰੂ ਪਰਿਵਾਰ ਨੇ ਫਿਰ ਉਤਾਰਾ ਕੀਤਾ, ਧੁੱਪ ਬਹੁਤ ਚੜੀ ਹੈ। ਕਹਿ ਕਰ ਦੀਰਘ ਫਰਸ ਕਰਾਇਓ, ਗੁਰਸੁਤ ਬੈਠ ਦੀਵਾਨ ਲਗਾਇਓ। ਗੁਰਸੁਤ ਭਾਵ ਕਿ ਬਾਬਾ ਗੁਰਦਿੱਤਾ ਜੀ ਨੇ ਕਹਿ ਕੇ ਵੱਡਾ ਫਰਸ ਕਰਵਾਇਆ। ਵੱਡਾ ਫਰਸ ਜਿਹੜੀਆਂ ਉਸ ਸਮੇਂ ਮੌਜੂਦ ਸਨ, ਚਾਦਰਾਂ ਗਲੀਚੇ ਜੋ ਕੁਛ ਸਨ ਵਿਛਾਏ ਗਏ। ਵੱਡਾ ਦੀਵਾਨ ਲੱਗਾ ਹੈ, ਬਾਬਾ ਗੁਰਦਿੱਤਾ ਜੀ ਵਿੱਚ ਬੈਠ ਗਏ ਨੇ। ਬਾਪਕ ਸ਼ਬਦ ਗਾਵਣੇ ਲਾਗਿਓ, ਸੁਣ ਪ੍ਰਭ ਮਹਿਮਾ ਮਨ ਅਨੁਰਾਗਿਓ। ਭਾਈ ਬਾਬਕ ਜੀ ਨੂੰ ਕਿਹਾ ਬਾਬਾ ਗੁਰਦਿੱਤਾ ਜੀ ਨੇ ਕਿ ਕੀਰਤਨ ਕਰੋ। ਰਵਾਬੀ ਸਿੱਖ ਹੈ ਭਾਈ ਬਾਬਕ ਜੀ, ਕੀਰਤਨ ਕੀਤਾ। ਸੋਹਣੇ ਸੁਰ ਦੇ ਵਿੱਚ, ਉੱਚੀ ਸੁਰ ਦੇ ਵਿੱਚ ਕੀਰਤਨ ਕੀਤਾ। ਬੜਾ ਪ੍ਰੇਮ ਦੇ ਨਾਲ ਸਿੱਖਾਂ ਨੇ ਗੁਰੂ ਪਰਿਵਾਰ ਨੂੰ ਕੀਰਤਨ ਸੁਣਿਆ। ਬਿਧੀ ਚੰਦ ਤੇ ਸੁਣ ਗੁਰ ਕਾਨ, ਆਗੇ ਗਏ ਸਗਲ ਕਰ ਪਿਆਨ। ਹੁਣ ਭਾਈ ਬਿਧੀ ਚੰਦ ਵੇਖਦੇ ਜਾਂਦੇ ਸਨ ਕਿ ਪਰਿਵਾਰ ਅੱਗੇ ਲੰਘ ਗਿਆ ਹੈ, ਪਰ ਅੱਗੇ ਜਾ ਕੇ ਉਹਨਾਂ ਨੇ ਉਤਾਰਾ ਕੀਤਾ। ਗੁਰੂ ਸਾਹਿਬ ਜੀ ਨੇ ਸੁਣਿਆ, ਉੱਥੋਂ ਚੱਲੇ, ਫਿਰ ਪਰਿਵਾਰ ਤੋਂ ਕੁਝ ਅੱਗੇ ਜਾ ਕੇ ਨਿਕਲੇ ਨੇ। ਚੜੇ ਤੁਰੰਗ ਅਗਾਰੀ ਚੱਲੇ, ਤਿਸ ਸਥਲ ਕੀ ਮਹਿਮਾ ਕਹਿ ਭਲੇ। ਸਤਿਗੁਰੂ ਜੀ ਨੇ ਉਸ ਸਥਾਨ ਦੀ ਮਹਿਮਾ ਵੀ ਬੜੀ ਕੀਤੀ ਕਿ ਬੜੀ ਰਮਣੀਕ ਥਾਨ ਹੈ, ਬੜਾ ਸੋਹਣਾ ਖੂਹ ਹੈ, ਬੜੇ ਸੋਹਣੇ ਰੁੱਖ ਨੇ, ਛਾਂ ਹੈ। ਉੱਥੋਂ ਗੁਰੂ ਸਾਹਿਬ ਜੀ ਘੋੜੇ 'ਤੇ ਚੜ੍ਹੇ ਨੇ ਤੇ ਆਪਣੀ ਸੈਨਾ ਪਰਿਵਾਰ ਦੇ ਨਾਲੋਂ ਫਿਰ ਕੁਝ ਅੱਗੇ ਨਿਕਲ ਗਏ। ਪਹੁੰਚੇ ਸਤਿਗੁਰੂ ਤਿਸੇ ਸਥਾਨ, ਦੇਖਿਓ ਆਗੇ ਲੱਗਿਓ ਦੀਵਾਨ। ਜਦੋਂ ਸਤਿਗੁਰੂ ਜੀ ਅੱਗੇ ਚੱਲੇ, ਦੇਖਿਆ ਕਿ ਦੀਵਾਨ ਲੱਗਿਆ ਹੋਇਆ। ਰਵਾਬੀ ਭਾਈ ਬਾਬਕ ਕੀਰਤਨ ਕਰ ਰਿਹਾ, ਬਾਬਾ ਗੁਰਦਿੱਤਾ ਜੀ ਬੈਠੇ ਹੋਏ ਨੇ, ਸਿੱਖ ਸੁਣ ਰਹੇ ਨੇ। ਗਾਵਤ ਸ਼ਬਦ ਸੁਤ ਸਾਰੇ, ਹਿਰਦੇ ਆਨੰਦ ਬਿਲੰਦੈ ਧਾਰੇ। ਤੇ ਇਸ ਦੀਵਾਨ ਦੇ ਵਿੱਚ ਗੁਰੂ ਸਾਹਿਬ ਦੇ ਸਾਰੇ ਪੁੱਤਰ, ਸਾਰੇ ਦੇ ਨਾਲ ਹੁਣ ਅਣੀ ਰਾਏ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਨ, ਬਾਬਾ ਗੁਰਦਿੱਤਾ ਜੀ ਸਨ, ਬਾਬਾ ਸੂਰਜਮਲ ਜੀ ਨੇ। ਸਾਰੇ ਜਿਹੜੇ ਨੇ ਉਹ ਕੀਰਤਨ ਆਪ ਗਾ ਰਹੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਗਾ ਰਹੇ ਨੇ। ਸਭ ਹੇਰੇ ਸਤਿਗੁਰੂ ਆਏ, ਖਰੇ ਭਏ ਸਨਮਾਨ ਬਿਠਾਏ। ਸਤਿਗੁਰੂ ਜੀ ਦੀਵਾਨ ਦੇ ਵਿੱਚ ਆਏ ਨੇ, ਸਾਰਿਆਂ ਨੂੰ ਦੇਖਿਆ ਕਿ ਪੁੱਤਰ ਸਾਰੇ ਜਿਹੜੇ ਨੇ ਸਾਹਿਬਜ਼ਾਦੇ ਕੀਰਤਨ ਗਾ ਰਹੇ ਨੇ, ਆਪ ਸ਼ਬਦ ਗਾ ਰਹੇ ਨੇ। ਸਨਮਾਨ ਕਰਨ ਵਾਸਤੇ ਜਦੋਂ ਉੱਠਣ ਲੱਗੇ, ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਕਿ ਭਈ ਸ਼ਬਦ ਪੜ੍ਹੋ, ਬੈਠੇ ਰਹੋ, ਉੱਠੋ ਨਾ। ਸਨਮਾਨ ਵਾਸਤੇ ਉੱਠਣ ਲੱਗੇ ਸਨ, ਗੁਰੂ ਸਾਹਿਬ ਨੇ ਬਿਠਾ ਦਿੱਤਾ। ਸਕਟਾਦਿਕ ਨਰ ਜਿਤਕ ਪਿਛਾਰੇ, ਸਭਨ ਹੇਤ ਸਥਿਰਤਾ ਧਾਰੇ। ਗੱਡਿਆਂ 'ਤੇ ਜਿੰਨੇ ਵੀ ਪਿੱਛੇ ਸਨ ਸਾਰੇ ਉੱਥੇ ਆ ਕੇ ਰੁਕੇ, ਕਿਉਂਕਿ ਲੰਗਰ ਪਾਣੀ ਵੀ ਛਕਣਾ ਸੀ, ਚੱਲੇ ਹੋਏ ਰਾਤ ਦੇ ਨੇ। ਚਰਨ ਕਮਲ ਕੋ ਲਖ ਕਰ ਬੇਲਾ, ਸ਼ਬਦ ਭੋਗ ਤਬ ਪਾਏ ਸੁਹੇਲਾ। ਹੁਣ ਕਹਿੰਦੇ ਨੇ 1:30 ਵਜੇ ਤੋਂ ਪਿੱਛੋਂ ਚਰਨ ਕਮਲ ਦੀ ਚੌਂਕੀ ਜਿਹੜੀ ਸੀ ਉਹ ਵੇਲਾ ਹੋਇਆ। ਚਰਨ ਕਮਲ ਦੀ ਚੌਂਕੀ ਲੱਗੀ। ਉਹ ਜਦੋਂ ਚੌਂਕੀ ਦਾ ਸਮਾਂ ਹੋ ਗਿਆ, ਉਦੋਂ ਜਾਣ ਕੇ ਸਮਾਂ ਵੇਖ ਕੇ ਭੋਗ ਪਾ ਦਿੱਤਾ ਗਿਆ। ਸਗਲ ਤੁਰੰਗਣ ਦਈ ਨਿਹਾਰੇ, ਮਾਰਗ ਸ਼ਰਮ ਸਗਰੋ ਨਿਰਵਾਰੇ। ਉੱਥੇ ਘੋੜਿਆਂ ਨੂੰ ਫਿਰ ਘਾਹ ਦਿੱਤਾ ਗਿਆ, ਦਾਣਾ, ਨਿਹਾਰੀ ਪਾਈ ਗਈ। ਘੋੜੇ ਵੀ ਥੱਕੇ ਹੋਏ ਸਨ, ਜਿੰਨੇ ਨਾਲ ਸੰਗਤ ਸੀ, ਸਿੱਖ ਪਰਿਵਾਰ ਸੀ, ਸਾਰੇ ਥੱਕੇ ਹੋਏ ਸਨ। ਉੱਥੇ ਰੁਕ ਕੇ ਥਕਾਵਟ ਦੂਰ ਕੀਤੀ, ਆਰਾਮ ਕੀਤਾ। ਸਾਵਧਾਨ ਬਣ ਤੁਰਨ ਸਾਰੇ, ਸਤਿਗੁਰੂ ਹੋਤ ਪਏ ਅਸਵਾਰੇ। ਕੁਝ ਸਮਾਂ ਆਰਾਮ ਕੀਤਾ।
ਦੁਪਹਿਰ ਜਦੋਂ ਢਲਣੀ ਸ਼ੁਰੂ ਹੋਈ, ਗੁਰੂ ਸਾਹਿਬ ਜੀ ਫਿਰ ਸਾਵਧਾਨ ਹੋਏ, ਸਾਰਿਆਂ ਨੂੰ ਸਾਵਧਾਨ ਕੀਤਾ, ਘੋੜਿਆਂ 'ਤੇ ਸਵਾਰ ਹੋਏ, ਅੱਗੇ ਚੱਲਣ ਦੀ ਫਿਰ ਤਿਆਰੀ ਕਰ ਲਈ। ਗਮਨਤ ਪੰਥੋ ਲੰਘਿਓ ਸਾਰਾ, ਤਬ ਸਤਿਦੁਰ ਕੋ ਕੂਲ ਨਿਹਾਰਾ। ਹੌਲੀ ਹੌਲੀ ਕਰਕੇ ਸਾਰਾ ਪੈਂਡਾ ਜਿਹੜਾ ਸੀ ਮੁਕਾ ਲਿਆ। ਫਿਰ ਸਤਿਗੁਰੂ ਜੀ ਨੇ ਸਤਲੁਜ ਦਾ ਕੰਢਾ ਜਾ ਕੇ ਦੇਖਿਆ ਹੈ। ਸਣੇ ਸਣੇ ਉਤਰੇ ਸਭ ਪਾਰਾ, ਸਮੁਖ ਨਿਕਟ ਜਬ ਪਿਖੇ ਪਹਾਰਾ। ਹੌਲੀ ਹੌਲੀ ਕਰਕੇ ਪਰਿਵਾਰ ਸੈਨਾ ਸਾਰੇ ਉਸ ਸਤਲੁਜ ਦਰਿਆ ਤੋਂ ਪਾਰ ਹੋਏ ਨੇ। ਗੁਰੂ ਸਾਹਿਬ ਨੇ ਸਾਹਮਣੇ ਪਹਾੜੀਆਂ ਦੇਖੀਆਂ ਨੇ। ਹੇਤ ਜਨਾਵਣ ਸੀਸ ਨਿਵਾਇਓ, ਦੇਖਤ ਬਿਧੀਏ ਬਾਕ ਲਾਇਓ। ਗੁਰੂ ਸਾਹਿਬ ਜੀ ਨੂੰ ਉੱਥੇ ਜਾ ਕੇ ਨਾ ਸੀਸ ਝੁਕਾਇਆ, ਜਿਵੇਂ ਮੱਥਾ ਟੇਕੀਦਾ। ਭਾਈ ਬਿਧੀ ਚੰਦ ਨੇ ਪੁੱਛ ਲਿਆ, ਸਤਿਗੁਰੂ ਜੀ ਇੱਥੇ ਸੀਸ ਕਿਹਨੂੰ ਝੁਕਾਇਆ ਹੈ? ਕਿਸ ਕੋ ਇਹਾਂ ਬੰਦਨਾ ਕੇ ਨਾ ਕਰੋ ਬਤਾਵਣ ਪ੍ਰਭੂ ਪ੍ਰਬੇਨ। ਹੈ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਵੀ ਦੱਸ ਦਿਓ ਕਿ ਇੱਥੇ ਕੋਈ ਥਾਂ ਨਹੀਂ ਬਣੀ ਹੋਈ, ਕੋਈ ਐਵੇਂ ਦਾ ਲੱਗਦਾ ਨਹੀਂ, ਪਰ ਤੁਸੀਂ ਮੱਥਾ ਕਿਹਨੂੰ ਟੇਕਿਆ, ਕਿਹਨੂੰ ਨਮਸਕਾਰ ਕੀਤੀ ਹੈ? ਸੁਣ ਸ੍ਰੀ ਹਰਗੋਬਿੰਦ ਬਖਾਨਾ, ਜਾਨਹੁ ਬਹੁ ਕਾਰਨ ਇਸ ਥਾਨਾ। ਸੁਣ ਕੇ ਸਤਿਗੁਰੂ ਜੀ ਥੋੜ੍ਹਾ ਜਿਹਾ ਮੁਸਕਰਾਏ ਤੇ ਕਹਿੰਦੇ, ਭਾਈ ਬਿਧੀ ਚੰਦ, ਇੱਥੇ ਸੀਸ ਝੁਕਾਉਣ ਦੇ ਕਈ ਕਾਰਨ ਨੇ। ਰਿਖ ਵਸ਼ਿਸ਼ਟ ਤਪ ਕੀਨ ਕਨੇਰੇ, ਸਤ ਸੁਤ ਮ੍ਰਿਤਕ ਸੁਣੇ ਜਿਸ ਬੇਰੇ। ਕਿਉਂਕਿ ਹੁਣ ਜਿਸ ਪਾਸੇ ਸਤਿਗੁਰੂ ਨੇ ਜਾਣਾ ਹੈ, ਸਤਿਗੁਰੂ ਕਹਿੰਦੇ ਨੇ ਬਹੁਤ ਵੱਡਾ ਤਪਸਵੀ ਇੱਥੇ ਇਸ ਥਾਂ 'ਤੇ ਬੈਠਾ ਹੋਇਆ ਤਪ ਕਰ ਰਿਹਾ ਹੈ। ਇੱਥੇ ਸੀਸ ਝੁਕਾਉਣ ਦਾ ਇੱਕ ਕਾਰਨ ਇਹ ਵੀ ਹੈ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਸਨ। ਇਸ ਥਾਂ ਨੂੰ, ਇਹਨਾਂ ਪਹਾੜੀਆਂ ਨੂੰ ਨਮਸਕਾਰ ਕਰਨ ਦਾ ਕਾਰਨ ਇਹ ਵੀ ਹੈ। ਸਤਿਗੁਰੂ ਜੀ ਉਹ ਤਪਸਵੀ ਕੌਣ ਹੈ? ਬੁੱਢਣ ਲੱਗਿਓ ਨਦੀ ਇਸ ਮਾਹੀ, ਤਪ ਕੇ ਤੇਜ ਡੁਬਾਇਓ ਨਾਹੀ। ਸਤਿਗੁਰੂ ਕਹਿੰਦੇ ਨੇ ਉਸ ਰਿਸ਼ੀ ਦਾ ਨਾਂ ਸੀ ਵਸ਼ਿਸ਼ਟ ਤਪੂਈ। ਇਸ ਨਦੀ ਦੇ ਵਿੱਚ ਜਦੋਂ ਤਪ ਕਰਦਾ ਹੈ ਡੁੱਬਣ ਲੱਗਿਆ ਸੀ ਨਾ, ਪਰ ਤਪ ਦਾ, ਬੰਦਗੀ ਦਾ ਪ੍ਰਤਾਪ ਇੰਨਾ ਸੀ, ਪਾਣੀ ਨੂੰ ਡੋਬ ਨਹੀਂ ਸਕਿਆ। ਸੋ ਪ੍ਰਵਾਹ ਆਪਣੇ ਕਰ ਲੈਨੇ, ਸਭ ਥਲ ਮਹਿ ਲੱਗੋ ਜਲ ਕਰ ਦੇਨੇ। ਕਹਿੰਦੇ ਪਾਣੀ ਨੇ ਆਪਣਾ ਉਦੋਂ ਜਿਹੜਾ ਸੁਭਾਅ ਹੀ ਬਦਲਿਆ ਸੀ ਕਿ ਪਾਣੀ ਦਾ ਉੱਥੋਂ ਜਿਹੜਾ ਪ੍ਰਵਾਹ ਸੀ ਉਹ ਹੀ ਹੌਲਾ ਹੋ ਗਿਆ, ਪਾਣੀ ਘਟ ਗਿਆ। ਔਰ ਤਪਸਵੀ ਜਿਹੜਾ ਚੌਂਕੜਾ ਮਾਰ ਕੇ ਬੈਠਾ ਰਿਹਾ। ਪੁੰਨੇ ਪਾਸ ਨਿਜ ਗੁਰ ਮੈਂ ਡਾਰੇ, ਗਿਰਿਓ ਅਪਰ ਸਲਤਾ ਕੇ ਬਾਰੇ। ਔਰ ਇੱਥੇ ਸਤਿਗੁਰੂ ਜੀ ਨੇ ਸਮਝਾਇਆ ਕਿ ਬਹੁਤ ਵੱਡਾ ਇੱਕ ਤਪਸਵੀ ਜਿਹਨੂੰ ਅਸੀਂ ਨਮਸਕਾਰ ਹੋਣ ਕੀਤੀ ਹੈ, ਇੱਕ ਵੱਡੇ ਭਾਗਾਂ ਵਾਲਾ ਉੱਥੇ ਬੈਠਾ ਹੋਇਆ, ਜਿਹਦਾ ਨਾਮ ਬੁੱਢਣ ਸ਼ਾਹ ਹੈ। ਬੁੱਢਣ ਸ਼ਾਹ ਨਿਕਟ ਚੱਲ ਗਏ, ਬੈਠਿਓ ਜਹਾਂ ਸਮਾਧੀ ਕਹੇ। ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਜਿਹੜਾ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਨਾ, ਪਹਿਲੋਂ ਘਰ ਨਹੀਂ ਗਏ। ਆਪ ਜੀ ਸਰਵਣ ਕਰਕੇ ਆਏ, ਗੁਰੂ ਸਾਹਿਬ ਨੇ ਹਜੇ ਕਮਰ ਕੱਸਾ ਵੀ ਨਹੀਂ ਖੁੱਲ੍ਹਿਆ। ਪੈਂਡਾ ਤੈਅ ਕਰਕੇ ਆਏ ਨੇ, ਪਹਿਲੋਂ ਜੰਗ ਕੀਤੀ ਹੈ। ਹੁਣ ਸਤਿਗੁਰੂ ਜੀ ਸਿੱਧਾ ਪਹਿਲੋਂ ਉੱਥੇ ਗਏ ਨੇ ਜਿੱਥੇ ਪਹਾੜੀ ਦੇ ਉੱਤੇ ਬਾਬਾ ਬੁੱਢਣ ਸ਼ਾਹ ਜੀ ਨੇ ਸਮਾਧੀ ਲਾਈ ਹੋਈ ਹੈ। ਸਿਮਰਤ ਸ੍ਰੀ ਹਰਗੋਬਿੰਦ ਰੂਪ, ਦੇਹੋ ਦਰਸ਼ਨ ਅਬ ਆਣ ਅਨੂਪ। ਨੇਤਰ ਬੰਦ ਨੇ, ਗੁਰੂ ਸਾਹਿਬ ਦਾ ਸਿਮਰਨ ਕਰ ਰਿਹਾ ਕਿ ਹੇ ਹਰਗੁਰੂ ਗੋਬਿੰਦ, ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵੇਂ ਸਰੂਪ ਹੋ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਬਚਨ ਕੀਤੇ ਸਨ, ਅਸੀਂ 6ਵੇਂ ਜਾਮੇ ਦੇ ਵਿੱਚ ਆਵਾਂਗੇ, ਆਪਣਾ ਉਹ ਅਨੁਪਮ ਸਰੂਪ ਆ ਕੇ ਵਿਖਾਓ। ਕਿਉ ਆਏ ਮੈਂ ਹਰਗੋਬਿੰਦ, ਖੋਲ ਬਿਲੋਕੋ ਚੱਕ ਅਰਬਿੰਦ। ਸਤਿਗੁਰੂ ਜੀ ਜਾ ਕੇ ਖਲੋ ਗਏ, ਆਵਾਜ਼ ਮਾਰੀ, ਸਾਈਂ ਜੀ ਮੈਂ ਹਰਗੋਬਿੰਦ ਹਾਂ, ਆਪਣੇ ਨੇਤਰ ਖੋਲੋ ਦੇਖੋ। ਔਰ ਸਾਈਂ ਜੀ ਦੇ ਜਿਹੜੇ ਨੇਤਰ ਨੇ, ਨੇਤਰਾਂ ਦੇ ਉੱਤੇ ਜਿਹੜੇ ਪ੍ਰਭੱਟੇ ਹੁੰਦੇ ਨੇ, ਇਹਨਾਂ ਦਾ ਮਾਸ ਬਹੁਤ ਵਧਿਆ ਹੋਇਆ ਸੀ, ਉੱਤੇ ਕੇਸ ਬਹੁਤ ਵੱਡੇ ਹੋਏ ਸਨ। ਔਰ ਸਾਈਂ ਜੀ ਬੁੱਢਣ ਸ਼ਾਹ ਜੀ ਜਦੋਂ ਵੇਖਣਾ ਹੁੰਦਾ ਸੀ, ਹੱਥਾਂ ਦੇ ਨਾਲ ਉੱਤੇ ਚੁੱਕ ਕੇ ਤੇ ਫਿਰ ਨਜ਼ਰ ਆਉਂਦਾ ਸੀ ਕਿਤੇ, ਕਿਉਂਕਿ ਮਾਸ ਵਧਿਆ ਹੋਇਆ ਸੀ, ਉੱਤੇ ਬਹੁਤ ਜ਼ਿਆਦਾ ਸੀ। ਸਤਿਗੁਰੂ ਕਹਿੰਦੇ, ਸਾਈਂ ਜੀ ਦੇਖੋ ਮੈਂ ਹਰਗੋਬਿੰਦ ਆ ਗਿਆ, ਜਿਨ੍ਹਾਂ ਦਾ ਸਿਮਰਨ ਕਰਦੇ ਹੋ। ਦੇਹੋ ਦਰਸ਼ਨ ਚ ਬਾਗ ਸੁਣਾਏ, ਜਬ ਇਹ ਕਾਣ ਪਰੇ ਧੁਣ ਜਾਏ। ਸਤਿਗੁਰੂ ਕਹਿੰਦੇ, ਸਾਈਂ ਜੀ ਦਿਓ ਦਰਸ਼ਨ,
ਮੈਂ ਹਰਗੋਬਿੰਦ ਆਇਆ। ਔਰ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਸਾਈਂ ਜੀ ਤੇ, ਅਦਿਕ ਅਨੰਤ ਤੇ ਨੈਣ ਉਘਾਰੇ, ਪਰਿਓ ਚਰਨ ਜਸ ਰੁਚਰ ਉਚਾਰੇ। ਬੜੇ ਚਾਅ ਦੇ ਨਾਲ ਇੱਕਦਮ ਅੱਖਾਂ ਖੋਲੀਆਂ, ਪ੍ਰਭੱਟੇ ਉੱਤੇ ਹੱਥ ਨਾਲ ਚੁੱਕ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਔਰ ਛੇਤੀ ਦੇ ਨਾਲ ਭੱਜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਪੈ ਗਿਆ। ਦੇਖੋ, ਜਿਹਨੇ ਭੱਜ ਕੇ ਪੈਣਾ ਉਹ ਬਜ਼ੁਰਗ ਹੈ। ਤੇ ਬਜ਼ੁਰਗ ਵੀ ਇਹ ਨਹੀਂ ਕਿ 100 ਸਾਲ ਦੀ ਉਮਰ ਹੋਏਗੀ ਜਾਂ 150 ਸਾਲ ਦੀ ਹੋਏਗੀ। ਬੁੱਢਣ ਸ਼ਾਹ ਦੇ ਅੱਗੇ ਕਵਿਰਾਜ ਨੇ ਦੱਸਣਾ, ਜਾ ਕੇ ਉੱਥੇ ਸਾਂਝੀ ਕਰਾਂਗੇ ਕਿ ਕਿੰਨੀ ਉਮਰ ਹੈ। ਬਜ਼ੁਰਗ ਬਹੁਤ ਨੇ, ਗੁਰੂ ਨਾਨਕ ਸਾਹਿਬ ਦੇ ਸਮੇਂ 'ਤੇ ਬੈਠੇ ਹੋਏ ਨੇ। ਨਮੋ ਨਮੋ ਅਦਿਕ ਆਨੰਦ ਤੇ ਨੈਣ ਉਘਾਰੇ, ਪਰਿਓ ਚਰਨ ਜਸ ਰੁਚਰ ਉਚਾਰੇ। ਨਮੋ ਨਮੋ ਤੁਮਕੋ ਜਗ ਸੁਆਮੀ, ਨਮੋ ਨਮੋ ਪ੍ਰਭ ਅੰਤਰਜਾਮੀ। ਸਤਿਗੁਰੂ ਦੇ ਚਰਨ ਪੜ੍ਹ ਕੇ ਸਾਈਂ ਕਹਿੰਦੇ, ਬਾਰ-ਬਾਰ ਬੁੱਢਣ ਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਨਮੋ ਨਮੋ, ਤੁਹਾਨੂੰ ਬਾਰ-ਬਾਰ ਨਮਸਕਾਰ ਹੈ। ਤੁਸੀਂ ਸਾਰੇ ਜਗਤ ਦੇ ਸੁਆਮੀ ਹੋ, ਤੁਹਾਨੂੰ ਨਮਸਕਾਰ ਹੈ। ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ, ਸਾਰਿਆਂ ਦੇ ਅੰਤਰਜਾਮੀ ਅਖਵਾਉਂਦੇ ਹੋ। ਨਮੋ ਨਮੋ ਗਣ ਤੁਰਕਣ ਹਰਤਾ, ਨਮੋ ਨਮੋ ਉਜਲ ਜਸ ਕਰਤਾ। ਬਾਰ-ਬਾਰ ਨਮੋ ਨਮੋ ਕਹਿ ਕੇ ਗੁਰੂ ਸਾਹਿਬ ਦਾ ਜਸ ਕਰਦਾ। ਸਤਿਗੁਰੂ ਜੀ ਤੁਹਾਨੂੰ ਨਮਸਕਾਰ ਹੈ, ਤੁਸੀਂ ਜਿਹੜੇ ਦੁਸ਼ਟ ਤੁਰਕ ਨੇ ਉਹਨਾਂ ਦਾ ਨਾਸ਼ ਕੀਤਾ ਹੈ। ਦੇਖੋ, ਸ਼ਬਦ ਕੱਲਾ ਤੁਰਕ ਨਹੀਂ, ਕਿਉਂਕਿ ਤੁਰਕ ਤੇ ਸਾਈਂ ਬੁੱਢਣ ਸ਼ਾਹ ਵੀ ਹੈ, ਪਰ ਦੁਸ਼ਟਾਂ ਦਾ ਨਾਸ਼ ਕਰਕੇ ਆਏ ਹੋ। ਹੁਣ ਬੁੱਢਣ ਸ਼ਾਹ ਨੂੰ ਕਿਸੇ ਨੇ ਟੈਲੀਫੋਨ ਥੋੜ੍ਹੀ ਕੀਤਾ ਸੀ ਜੀ, ਚਿੱਠੀ ਥੋੜ੍ਹੀ ਭੇਜੀ ਹੈ, ਪਰ ਅੰਦਰ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ, ਜਾਣਦੇ ਨੇ ਕਿ ਕਿੰਨੇ ਦੁਸ਼ਟਾਂ ਦਾ ਨਾਸ਼ ਕਰਕੇ ਆਏ ਨੇ। ਸੱਚ ਦਾ ਆਨੰਦ ਸਰੂਪ ਤੁਮਾਰਾ, ਮਸਕਸ ਪਾਵਨ ਤਨ ਧਾਰਾ। ਬੁੱਢਣ ਸ਼ਾਹ ਜੀ ਗੁਰੂ ਸਾਹਿਬ ਜੀ ਦੀ ਉਸਤਤ ਕਰੀ ਜਾਂਦਾ ਕਿ ਤੁਸੀਂ ਸੱਚ ਦਾ ਆਨੰਦ ਹੋ, ਤੁਸੀਂ ਪਰਮੇਸ਼ਰ ਹੋ, ਤੁਸੀਂ ਅੱਲਾ ਦਾ ਰੂਪ ਹੋ। ਛਟਮ ਰੂਪ ਤਰ ਦਰਸ਼ਨ ਦੀਨਾ, ਸ੍ਰੀ ਨਾਨਕ ਸ੍ਰੀ ਅੰਗਦ ਅਮਰ। ਰਾਮ ਗੁਰੂ ਅਰਜਨ ਰਚ ਸਮਰ। ਹੁਣ ਬੁੱਢਣ ਸ਼ਾਹ ਨੂੰ ਗੁਰੂ ਸਾਹਿਬਾਂ ਦਾ ਨਾਮ ਵੀ ਕਿਸੇ ਨੇ ਆ ਕੇ ਦੱਸੇ ਥੋੜ੍ਹੀ, ਸਾਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ ਸਨ ਔਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਇੰਨੀ ਕੀਤੀ ਸੀ, ਸਭ ਕੁਛ ਬੈਠੇ ਹੋਏ ਜਾਣਦੇ ਨੇ। ਛੇਵੇਂ ਪਾਤਸ਼ਾਹ ਨੂੰ ਕਹਿੰਦੇ, ਤੁਸੀਂ ਹੀ ਗੁਰੂ ਨਾਨਕ ਸਾਹਿਬ ਜੀ ਹੋ, ਤੁਸੀਂ ਹੀ ਗੁਰੂ ਅੰਗਦ ਦੇਵ ਹੋ, ਤੁਸੀਂ ਗੁਰੂ ਅਮਰਦਾਸ ਹੋ। ਕਦੇ ਤੁਸੀਂ ਗੁਰੂ ਰਾਮਦਾਸ ਦੇ ਰੂਪ ਵਿੱਚ ਵਰਤੇ, ਕਦੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਆਏ। ਛਟਮ ਰੂਪ ਧਾਰ ਦਰਸ਼ਨ ਦੀਨਾ, ਮਮ ਕਲਿਆਣ ਸਗਲ ਬਿਦ ਕੀਨਾ। ਪਹਿਲੇ ਜਾਮੇ ਆ ਕੇ ਦਰਸ਼ਨ ਦਿੱਤੇ ਸਨ, ਹੁਣ ਛਟਵੇਂ ਜਾਮੇ 'ਚ ਆਏ, ਛੇਵੇਂ ਜਾਮੇ 'ਚ ਆਏ ਹੋ, ਮੇਰਾ ਕਲਿਆਣ ਕਰਨ ਵਾਸਤੇ ਆਏ ਹੋ। ਘਾਵ ਸ਼ਰੋਣ ਜੁਤ ਅਦਿਕ ਸੁਹਾਏ, ਹੱਥ ਰਾਵਣ ਜਨ ਰਘਬਰ ਆਏ। ਕਿਉਂਕਿ ਗੁਰੂ ਸਾਹਿਬ ਦੇ ਸਰੀਰ ਦੇ ਉੱਤੇ ਜ਼ਖਮ ਵੀ ਲੱਗੇ ਹੋਏ ਸਨ। ਇੱਕ ਤੀਰ ਦਾ ਤੇ ਜ਼ਿਕਰ ਜੰਗ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਕੀਤਾ ਨਾ, ਕਾਲੇ ਖਾਂ ਨੇ ਮਾਰਿਆ ਸੀ ਤੇ ਮੱਥੇ ਦੇ ਕੋਲੋਂ ਛੂਹ ਕੇ ਲੰਘਿਆ ਸੀ, ਮੱਥੇ ਦਾ ਮਾਸ ਪਾਟਿਆ ਸੀ। ਪਰ ਅੱਗੇ ਜਾ ਕੇ ਜ਼ਖਮਾਂ ਦੀ ਵੀ ਗਿਣਤੀ ਕਰਨੀ, ਜਦੋਂ ਗੁਰੂ ਸਾਹਿਬ ਨੇ ਇਸ਼ਨਾਨ ਕਰਨਾ, ਬਹੁਤ ਜ਼ਖਮ ਲੱਗੇ ਸਨ। ਕਹਿ ਜਸ ਬਹੁ ਬਿਦ ਪਗ ਪਰ ਪਰਿਓ, ਗੁਰ ਗਹਿ ਭੁਜ ਗਰ ਲਾਵਣ ਕਰਿਓ। ਇਸ ਤਰ੍ਹਾਂ ਗੁਰੂ ਸਾਹਿਬ ਦਾ ਜਸ ਕਹਿੰਦੇ ਹੋਇਆ ਬੁੱਢਣ ਸ਼ਾਹ ਜੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਡਿੱਗ ਪਿਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਬੁੱਢਣ ਸ਼ਾਹ ਜੀ ਨੂੰ ਬਾਹਾਂ ਤੋਂ ਫੜਿਆ, ਉੱਤੇ ਚੁੱਕਿਆ ਹੈ, ਉਠਾ ਕੇ ਘੁੱਟ ਕੇ ਆਪਣੀ ਛਾਤੀ ਨਾਲ ਗਲੇ ਨਾਲ ਲਾਇਆ। ਸਗਲ ਆਸ ਪੂਰਨ ਤਬ ਭਈ, ਸਭ ਗਿਆਤਾ ਉਰ ਮਹਿ ਬਿਦ ਤਈ। ਬੁੱਢਣ ਸ਼ਾਹ ਜੀ ਉੱਥੇ ਕਹਿੰਦੇ ਨੇ, ਮੇਰੀ ਸਾਰੀ ਆਸ ਪੂਰੀ ਹੋ ਗਈ। ਔਰ ਸਾਰਿਆਂ ਦੇ ਵਿੱਚ ਉਹ ਗੱਲ ਦੱਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਸੀ, ਸਰੀਰ ਉਦੋਂ ਵੀ ਐਵੇਂ ਦਾ ਬਜ਼ੁਰਗ ਹੀ ਸੀ। ਅੱਖਾਂ ਦੇ ਜਿਹੜੇ ਉੱਤੇ ਭਰਭੱਟੇ ਨੇ ਉਦੋਂ ਵੀ ਥੱਲੇ ਤੱਕ ਲਮਕੇ ਹੋਏ ਸਨ। ਤੇ ਸਮਝ ਲਓ ਹੁਣ 150 ਸਾਲ ਦੇ ਕਰੀਬ ਉਸ ਤੋਂ ਬਾਅਦ ਸਮਾਂ ਹੋ ਗਿਆ ਹੈ ਤੇ ਛੇਵੇਂ ਸਤਿਗੁਰੂ ਜੀ ਆਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਦੁੱਧ ਛਕਾਉਣ ਲੱਗੇ ਸਨ ਤੇ ਗੁਰੂ ਸਾਹਿਬ ਜੀ ਕਹਿੰਦੇ ਸੀ, ਛੇਵੇਂ ਜਾਮੇ 'ਚ ਆਵਾਂਗੇ।
ਬੁੱਢਣ ਸ਼ਾਹ ਜੀ ਕਹਿੰਦੇ ਸੀ ਉਮਰ ਸਰੀਰ ਬਜ਼ੁਰਗ ਹੋ ਗਿਆ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਤੁਹਾਡੀ ਉਮਰ ਹਜੇ ਬੜੀ ਲੰਬੀ ਹੋਣੀ ਹੈ। ਔਰ ਬੁੱਢਣ ਸ਼ਾਹ ਦੀ ਉਮਰ 500 ਸਾਲ ਦੇ ਕਰੀਬ ਹੈ ਇਸ ਵੇਲੇ ਜਦੋਂ ਗੁਰੂ ਛੇਵੇਂ ਪਾਤਸ਼ਾਹ ਜੀ ਮਿਲਦੇ ਨੇ। ਸ੍ਰੀ ਗੁਰਦਿੱਤਾ ਤਬ ਚਲੇ ਆਇਓ, ਨਮੋ ਪਰਸ ਪਾਰ ਕਰ ਸੁਖ ਪਾਇਓ। ਬਾਬਾ ਗੁਰਦਿੱਤਾ ਜੀ ਵੀ ਆ ਗਏ। ਬੁੱਢਣ ਸ਼ਾਹ ਨੂੰ ਫਕੀਰ ਸਾਈਂ ਜਾਣ ਕੇ, ਬਜ਼ੁਰਗ ਜਾਣ ਕੇ ਬਾਬਾ ਗੁਰਦਿੱਤਾ ਜੀ ਨੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਨਮਸਕਾਰ ਕੀਤੀ। ਸਤਿਗੁਰ ਭਣਿਓ ਜਾਏ ਹਮ ਡੇਰੇ, ਇਹ ਅਬ ਬੈਠेंगे ਟਿਕ ਤੇਰੇ। ਸਤਿਗੁਰੂ ਕਹਿੰਦੇ ਨੇ ਸਾਈਂ ਜੀ ਅਸੀਂ ਹੁਣ ਆਪਣੇ ਡੇਰੇ ਜਾਂਦੇ ਹਾਂ। ਇਹ ਸਾਡਾ ਪੁੱਤਰ ਹੈ ਗੁਰਦਿੱਤਾ, ਇਹ ਤੁਹਾਡੇ ਕੋਲ ਰਹਿਣਗੇ। ਜਦੋਂ ਸਵੇਰੇ ਤੁਸੀਂ ਸਰੀਰ ਛੱਡਣਾ, ਸਰੀਰ ਛੱਡਣ ਤੋਂ ਪਹਿਲਾਂ ਅਸੀਂ ਫਿਰ ਤੁਹਾਡੇ ਕੋਲ ਆਵਾਂਗੇ, ਕਿਉਂਕਿ ਸਤਿਗੁਰੂ ਜਾਣਦੇ ਨੇ ਸਰੀਰ ਸਵੇਰੇ ਛੱਡਣਾ ਹੈ। ਇਮ ਕਹਿ ਗਮਨ ਕੀਣ ਤਤਕਾਲਾ, ਜਾਤੀ ਮਲਕ ਵਿਪਰਲੇ ਨਾਲਾ। ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਡੇਰੇ ਨੂੰ ਆਏ ਨੇ। ਭਾਈ ਜਾਤੀ ਮਲਕ ਤੇ ਹੋਰ ਸਿੱਖ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਨਾਲ ਨੇ। ਉੱਤਰ ਸੈਲ ਤੇ ਸਦਨ ਪ੍ਰਵੇਸ਼ੇ, ਦਰਸ਼ਨ ਦੇਣ ਕੁਟੁੰਬ ਅਸ਼ੇਸ਼ੇ। ਪਹਾੜੀ ਤੋਂ ਥੱਲੇ ਉਤਰੇ, ਘਰ ਦੇ ਵਿੱਚ ਗਏ, ਜਾ ਕੇ ਪਰਿਵਾਰ ਨੂੰ ਮਿਲੇ ਨੇ। ਕੱਟ ਕਸ ਤਰੋਦਸ ਜਾਮ ਬਿਤਾਏ, ਸ਼ਸਤਰ ਬਸਤਰ ਸਭ ਅੰਗ ਲਗਾਏ। ਦੇਖੋ 5 ਪੈਰ ਤੇ ਜੰਗ ਹੋਈ, ਪਰ ਜਿਹੜਾ ਕਮਰ ਕੱਸਿਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਰੋਦਸ 13 ਪੈਰ ਹੋ ਗਏ ਨੇ, ਕਮਰ ਕੱਸਾ ਨਹੀਂ ਖੁੱਲਿਆ। ਸ਼ਸਤਰ ਬਸਤਰ ਸਭ ਅੰਗ ਲਗਾਏ, ਉਸੇ ਤਰ੍ਹਾਂ ਸ਼ਸਤਰ ਬਸਤਰ ਉਹੀ ਪਾਏ ਹੋਏ ਨੇ। ਦੋਏ ਘਰੇ ਉੱਪਰ ਬਿਤ ਜਬੈ, ਕਮਰ ਕੱਸਾ ਖੋਲਿਓ ਗੁਰ ਤਬੈ। ਘਰ ਪਰਿਵਾਰ ਦੇ ਵਿੱਚ ਜਾ ਕੇ ਬੈਠੇ ਜਦੋਂ 2 ਕੁ ਘੜੀਆਂ ਬੈਠ ਗਏ ਨੇ, ਫਿਰ ਗੁਰੂ ਸਾਹਿਬ ਜੀ ਨੇ ਆਪਣਾ ਕਮਰ ਕੱਸਾ ਖੋਲਿਆ। ਸ਼ਸਤਰ ਬਸਤਰ ਸਭ ਧਰੇ ਉਤਾਰੇ, ਕੀਨ ਇਸ਼ਨਾਨ ਦੇਣ ਬਹੁ ਬਾਰੇ। ਸਤਿਗੁਰੂ ਨੇ ਫਿਰ ਸ਼ਸਤਰ ਬਸਤਰ ਵੀ ਲਾਏ। ਜੰਗ ਤੋਂ ਬਾਅਦ ਹੁਣ ਪਹਿਲੀ ਵਾਰੀ ਇਸ਼ਨਾਨ ਕਰਨਾ ਹੈ। ਪਾਣੀ ਮੰਗਾਇਆ ਕਿ ਭਾਈ ਜਲ ਲਿਆਓ ਖੁੱਲਾ, ਇਸ਼ਨਾਨ ਕਰਨਾ ਹੈ। ਤੀਰ ਆਦ ਤੇ ਕੇ ਘਾਵ ਵਿਸਾਲਾ, ਲੱਗੇ 72 ਜਾ ਬਰਨ ਘਾਲਾ। ਕਿਉਂਕਿ ਹੁਣ ਜਦੋਂ ਬਸਤਰ ਲਾਏ ਨੇ ਜ਼ਖਮਾਂ ਦਾ ਤੇ ਪਤਾ ਫਿਰ ਲੱਗਿਆ। ਸਤਿਗੁਰੂ ਕਹਿੰਦੇ ਨੇ ਬਿਧੀ ਚੰਦ, ਨਾਲੇ ਸਤਿਗੁਰੂ ਜੀ ਮੁਸਕਰਾਉਂਦੇ ਨੇ, ਨਾਲੇ ਕਹਿੰਦੇ ਬਿਧੀ ਚੰਦ ਗਿਣ ਤੇ ਸਹੀ ਕਿੰਨੇ ਕੁ ਲੱਗੇ ਨੇ। ਜ਼ਖਮ ਹੋਏ ਨੇ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜ਼ਖਮ ਵੀ 1-2 ਨਹੀਂ, ਲੱਗੇ 72 ਜਾ ਬਰਨ ਘਾਲਾ। ਮੈਦਾਨ ਦੇ ਵਿੱਚ ਗੁਰੂ ਸਾਹਿਬ ਜੀ ਨੂੰ 72 ਜ਼ਖਮ ਹੋਏ, ਕੋਈ ਛੋਟਾ ਕੋਈ ਥੋੜ੍ਹਾ ਜਿਹਾ ਵੱਡਾ, ਪਰ ਉਹ ਜ਼ਖਮਾਂ ਦੇ ਨਾ ਕੋਈ ਦਰਦ ਨਾ ਕੋਈ ਪੀੜਾ। ਪਰ ਹੁਣ ਇਸ਼ਨਾਨ ਕਰਨ ਲੱਗੇ ਜਦੋਂ ਗਿਣੇ ਨੇ 72 ਜ਼ਖਮ ਨੇ। ਚਤੁਰ ਘੜੇ ਜਬ ਜਾਮਣ ਗਏ, ਕਮਰ ਕਸਾ ਖੋਲਤ ਗਣ ਗਿਣੇ। ਸੁਣੇ ਸਭ ਬਿਸਮੇ ਸੇਵਕ ਭਣੇ, ਕਮਰ ਕਸਾ ਖੋਲ ਕੇ ਜਦੋਂ ਜ਼ਖਮ ਗਿਣੇ 72, ਗਿਣਨ ਵਾਲੇ, ਸੁਣਨ ਵਾਲੇ, ਵੇਖਣ ਵਾਲੇ ਸਾਰੇ ਹੈਰਾਨ ਰਹਿ ਗਏ। ਕਿਉਂਕਿ ਇਸ ਤਰ੍ਹਾਂ ਲੱਗਦਾ ਸੀ, ਕਥਾ ਵੀ ਕੀਤੀ ਕਿ ਜ਼ਖਮ ਕਿ ਗੁਰੂ ਸਾਹਿਬ ਨੇ ਤੀਰ ਮਾਰੇ, ਸਿੱਖਾਂ ਨੇ ਮਾਰੇ, ਪਰ ਤੀਰ ਤੇ ਉੱਧਰੋਂ ਵੀ ਆਉਂਦੇ ਸਨ ਨਾ ਜੀ। ਜ਼ਖਮ ਗੁਰੂ ਸਾਹਿਬ ਨੂੰ ਲੱਗੇ, ਸਿੱਖ ਵੀ ਸਾਰੇ ਜ਼ਖਮੀ ਨੇ। ਅਪਰ ਚਤੁਰ ਘੜੇ ਜਬ ਜਾਮਣ ਗਏ, ਕਰ ਭੋਜਨ ਤ੍ਰਿਗ ਨਿੰਦਰਾ ਲਈ। ਇਸ਼ਨਾਨ ਕਰਦਿਆਂ ਨੂੰ ਸ਼ਾਮ ਹੋਈ, ਸੋਦਰ ਦਾ ਪਾਠ ਹੋਇਆ। 4 ਕੁ ਘੜੀਆਂ ਜਿਹੜੀ ਰਾਤ ਲੰਘ ਗਈ। ਇਹ ਕਹਿ ਲਈਏ ਕਿ ਹਨੇਰਾ ਪੈ ਗਿਆ। ਜਦੋਂ ਹਨੇਰਾ ਪਿਆ ਫਿਰ ਲੰਗਰ ਪਾਣੀ ਛਕਿਆ, ਪ੍ਰਸ਼ਾਦਾ ਛਕ ਕੇ ਅੱਜ 13-14 ਪਹਿਰ ਤੋਂ ਬਾਅਦ ਹੁਣ ਗੁਰੂ ਸਾਹਿਬ ਜੀ ਜਿਹੜੇ ਨੇ ਉਹ ਸਰੀਰ ਕਰਕੇ ਸੌਣ ਲੱਗੇ ਨੇ। ਕਿਉਂਕਿ ਸਰੀਰ ਦਾ ਆਪਣਾ ਧਰਮ ਨੀਂਦ ਤੇ ਆਉਂਦੀ ਹੈ ਨਾ, ਗੁਰੂ ਸਾਹਿਬ ਨੇ ਨਿੰਦਰਾ ਲਈ। ਅਪਰ ਸਰਬਹਿ ਕਰ ਕਰ ਖਾਨ, ਸੂਤ ਭਏ ਕਰ ਚਿੰਤਾਹਾਨ। ਹੋਰ ਸਾਰਿਆਂ ਨੇ ਲੰਗਰ ਪਾਣੀ ਛਕਿਆ। ਅੱਜ 2-3 ਦਿਨ ਤੋਂ ਬਾਅਦ ਸਾਰਿਆਂ ਨੇ ਰੱਜ ਕੇ ਨਿੰਦਰ ਲਈ ਸੁੱਤੇ ਨੇ, ਚਿੰਤਾ ਤੋਂ ਰਹਿਤ ਹੋ ਕੇ ਆਰਾਮ ਕਰਦੇ ਨੇ। ਉਹ ਤਾਂ ਬੁੱਢਣ ਟਿਕ ਬਾਬਾ ਥਿਰੇ, ਭਗਤ ਗਿਆਨ ਕੀ ਚਰਚਾ ਕਰੇ। ਉਧਰ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਬਾਬਾ ਬੁੱਢਣ ਸ਼ਾਹ ਜੀ ਦੇ ਕੋਲ ਨੇ। ਉਹ ਅੱਜ ਰਾਤ ਵੀ ਨਹੀਂ ਸੁੱਤੇ।
ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਰਹਿ ਕੇ ਸਾਰੀ ਰਾਤ ਗਿਆਨ ਚਰਚਾ ਕਰਦੇ ਰਹੇ। ਬਾਬਾ ਬੁੱਢਣ ਜੀ ਤੋਂ, ਬੁੱਢਣ ਸ਼ਾਹ ਜੀ ਤੋਂ ਕਈ ਕੁਝ ਪੁੱਛਿਆ, ਕਈ ਕੁਝ ਬਚਨ ਵਿਲਾਸ ਕੀਤੇ, ਸਾਰੀ ਰਾਤ ਚਰਚਾ ਹੋਈ। ਸਤਿਗੁਰ ਕੇ ਗੁਣ ਵਰਣਤ ਕਰਹਿ, ਜਿਨ ਕੋ ਸੁਣ ਸਿੱਖ ਦੁਰਮਤ ਦਹੇ। ਸਾਰੇ ਰਾਤ ਬੁੱਢਣ ਸ਼ਾਹ ਜੀ ਤੋਂ ਗੁਰੂ ਸਾਹਿਬ ਦੇ ਬਚਨ ਬਾਬਾ ਗੁਰਦਿੱਤਾ ਜੀ ਸੁਣਦੇ ਰਹੇ, ਜਿਹੜੇ ਬਚਨ ਸੁਣ ਕੇ ਅੰਦਰ ਦੀ ਭੈੜੀ ਮੱਤ ਦੂਰ ਹੁੰਦੀ ਹੈ। ਸ੍ਰੀ ਗੁਰ ਦਿੱਤੇ ਸੰਗ ਉਚਾਰਾ, ਜਿਸ ਸਿਨ ਛੁੱਟੇ ਸਰੀਰ ਤੁਮਾਰਾ। ਬਾਬਾ ਗੁਰਦਿੱਤਾ ਜੀ ਨੂੰ ਹੁਣ ਬੁੱਢਣ ਸ਼ਾਹ ਜੀ ਕਹਿੰਦੇ ਨੇ। ਬਾਬਾ ਗੁਰਦਿੱਤਾ ਜੀ ਨਾਲ ਜਦੋਂ ਗੱਲਾਂ ਬਾਤਾਂ ਹੋਈਆਂ ਤੇ ਬੁੱਢਣ ਸ਼ਾਹ ਨੂੰ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿ ਸਾਈਂ ਜੀ, ਜਦੋਂ ਤੁਹਾਡਾ ਸਰੀਰ ਜਿਹੜਾ ਹੈ ਪ੍ਰਾਣਾਂ ਤੋਂ ਰਹਿਤ ਹੋਵੇਗਾ, ਪ੍ਰਾਣਾਂ ਤੋਂ ਛੁੱਟ ਜਾਏਗਾ, ਛੁੱਟਣ ਲੱਗੇਗਾ, ਕਰੁਣਾ ਕਰ ਇਤੇ ਹੀ ਥਲ ਆਏ, ਬਣੇ ਦੇਹਰਾ ਸਭ ਸੁਖਦਾਏ। ਤੁਸੀਂ ਕਿਰਪਾ ਕਰਿਓ, ਸਰੀਰ ਛੱਡਣ ਤੋਂ ਬਾਅਦ ਵੀ ਇਸੇ ਥਾਂ 'ਤੇ ਰਹੋ, ਇੱਥੇ ਤੁਹਾਡਾ ਡੇਰਾ ਬਣੇਗਾ, ਬੜਾ ਸੋਹਣਾ ਡੇਰਾ ਬਣੇਗਾ। ਪ੍ਰਾਣ ਅੰਤ ਕੋ ਸਮਾ ਪਹੁੰਚਾ, ਪਾਇਓ ਗੁਰ ਦਰਸ਼ਨ ਚਿਤ ਰੁਚਾ। ਤੇ ਬੁੱਢਣ ਸ਼ਾਹ ਜੀ ਕਹਿੰਦੇ ਨੇ ਕਿਉਂ ਨਹੀਂ, ਕਿ ਹੁਣ ਜਦੋਂ ਸਰੀਰ ਛੱਡਣ ਦਾ ਸਮਾਂ ਆਉਣਾ ਹੈ, ਅੰਤ ਸਮੇਂ ਪਰਮੇਸ਼ਰ ਅੱਲਾ ਖੁਦਾ ਆਪ ਮੇਰੇ ਸਾਹਮਣੇ ਹੋਣੇ ਨੇ ਛੇਵੇਂ ਸਤਿਗੁਰੂ ਜੀ। ਕਹਿਤ ਸੁਣਤ ਇਸ ਭਾਂਤ ਸੁਬਾਨੀ, ਤੀਨ ਜਾਪ ਤਬ ਨਿਸ਼ਾ ਬਿਹਾਨੀ। ਇਸ ਤਰ੍ਹਾਂ ਬਚਨ ਵਿਲਾਸ ਕਰਦਿਆਂ 3 ਪਹਿਰ ਰਾਤ ਬਤੀਤ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ। ਗੁਰੂ ਆਰਾਧਨ ਕੇ ਹਵ ਤਤਪਰ, ਮਹਾ ਤਾਪਸੇ ਬੈਸ ਬੜੇ ਧਰ। ਔਰ ਬੁੱਢਣ ਸ਼ਾਹ ਜੀ ਆਪਣੇ ਨੇਮ ਨੂੰ ਨਹੀਂ ਖੁੰਝਣ ਦਿੰਦੇ। ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਸਾਹਿਬ ਜੀ ਦਾ ਧਿਆਨ ਧਰਿਆ ਤੇ ਗੁਰਦਿੱਤਾ ਜੀ ਨੂੰ ਕਿਹਾ ਤੁਸੀਂ ਆਪਣਾ ਨੇਮ ਕਰ ਲਓ, ਕਿਉਂਕਿ ਨੇਮ ਹੈ ਇਸ ਵੇਲੇ, ਹਰ ਵੇਲੇ, ਅੰਮ੍ਰਿਤ ਵੇਲੇ, ਹਰ ਰੋਜ਼। ਬੁੱਢਣ ਸ਼ਾਹ ਜੀ ਜਿਹੜੇ ਧਿਆਨ ਲਾਉਂਦੇ ਨੇ, ਉਹ ਧਿਆਨ ਦੇ ਵਿੱਚ ਤਤਪਰ ਹੋ ਕੇ ਬੈਠੇ ਨੇ, ਸਤਿਗੁਰੂ ਜੀ ਦਾ ਸਿਮਰਨ ਕਰ ਰਹੇ ਨੇ। ਹੁਣ ਬੁੱਢਣ ਸ਼ਾਹ ਜੀ ਨੇ ਸਰੀਰ ਨੂੰ ਛੱਡਣਾ ਹੈ, ਦਿਨ ਦਾ ਜਦੋਂ ਚੜ੍ਹਾਅ ਚੜ੍ਹਨਾ, ਗੁਰੂ ਸਾਹਿਬ ਜੀ ਨੇ ਜਿਵੇਂ ਆਉਣਾ ਹੈ, ਉਹ ਕਵੀ ਸੰਤੋਖ ਸਿੰਘ ਨੇ ਇੱਥੇ ਅਧਿਆਇ ਖਤਮ ਕੀਤਾ। ਅਗਲੇ ਅਧਿਆਇ ਵਿੱਚ ਸਾਰਾ ਵਰਣਨ ਹੋਏਗਾ। ਸਮੇਂ ਦੀ ਵੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਵਾਰੀ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ